ਲੜੀਵਾਰ ਕਥਾ ਮਹਾਰਾਜ ਜੀ ਦੀ ਆਪ ਜੀ ਸਰਵਣ ਕਰ ਰਹੇ ਹੋ। 47 ਸ਼ਬਦ ਪਿੱਛੇ ਸੰਪੂਰਨ ਹੋ ਚੁੱਕੇ ਨੇ ਰਾਗ ਧਨਾਸਰੀ ਦੇ। 48ਵਾਂ ਸ਼ਬਦ ਪ੍ਰਾਰੰਭ ਹੋ ਰਿਹਾ ਹੈ। ਮਨ ਬਿਰਤੀਆਂ ਗੁਰੂ ਅਰਜਨ ਦੇਵ ਸਾਹਿਬ ਦੇ ਚਰਨਾਂ ਨਾਲ ਜੋੜਦੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹਲਾ ਪੰਜਵਾ। ਜਨ ਕੇ ਪੂਰਨ ਹੋਏ ਕਾਮ। ਮਨੁੱਖ ਕਹਿੰਦਾ ਹੈ ਮੇਰੇ ਬੜੇ ਕੰਮ ਹਾਲੇ ਅਧੂਰੇ ਨੇ ਜੋ ਮੈਂ ਕਰਨੇ ਹਨ। ਅਰਦਾਸ ਕਰਦਾ ਮਹਾਰਾਜ ਮੇਰਾ ਇਹ ਕੰਮ ਪੂਰਾ ਹੋ ਜਾਏ, ਬਸ ਆਹ ਕੰਮ ਪੂਰਾ ਹੋ ਜਾਏ ਫਿਰ ਮੈਂ ਸੁਰਖ ਸਮਾਂ ਪਾ ਕੇ ਉਸ ਕੰਮ ਦੀ ਪੂਰਤੀ ਹੁੰਦੀ ਹੈ। ਉਸ ਦੀ ਪੂਰਤੀ ਹਾਲੇ ਹੋਣੀ ਹੁੰਦੀ ਹੈ, ਅਗਲਾ ਕੰਮ ਜਾਗ ਪੈਂਦਾ। ਜ਼ਿੰਦਗੀ ਆਖਰਕਾਰ ਸਮਾਪਤ ਹੋ ਜਾਂਦੀ ਹੈ, ਕੰਮ ਪੂਰੇ ਨਹੀਂ ਹੁੰਦੇ। ਬਹੁਤ ਕੁਝ ਹਾਲੇ ਕਰਨਾ ਸੀ, ਬਹੁਤ ਕੁਝ ਸੋਚਿਆ ਸੀ, ਪਰ ਜ਼ਿੰਦਗੀ ਸਮਾਪਤ ਹੋ ਗਈ। ਆਖਰਕਾਰ ਕਿੰਨੇ ਕੁ ਕੰਮ ਨੇ, ਜ਼ਿੰਦਗੀ ਬਿਲਕੁਲ ਤੁੱਛ ਜੀ, ਥੋੜਾ ਜਿਹਾ ਸਮਾਂ ਉਹਦੇ ਵਿੱਚ ਕਿੰਨੇ ਕੁ ਕੰਮ ਕਰ ਸਕਦਾ। ਕਾਮਨਾ ਰਹਿ ਗਈ ਵੀ ਇਹ ਕੰਮ ਹਾਲੇ ਹੋਰ ਕਰਨੇ ਸਨ, ਇਹ ਕੰਮ ਹਾਲੇ ਹੋਰ ਰਹਿੰਦੇ ਸਨ। ਅਗਲਾ ਜਨਮ ਮਿਲ ਗਿਆ ਵੀ ਚੱਲ ਉਹਨਾਂ ਕਾਮਨਾਵਾਂ ਦੀ ਪੂਰਤੀ ਹੋਰ ਕਰ ਲੈ। ਉਹ ਵੀ ਜ਼ਿੰਦਗੀ ਬੀਤ ਗਈ, ਕਾਮਨਾਵਾਂ ਕੰਮ ਹਾਲੇ ਵੀ ਚੱਲ ਰਹੇ ਨੇ। ਹੋਰ ਅਗਲਾ ਜੀਵਨ, ਹੋਰ ਅਗਲਾ ਜੀਵਨ। ਉਹ ਕਾਮਨਾ ਹੀ ਜਨਮ ਤੇ ਮਰਨ ਦਾ ਮੂਲ ਕਾਰਨ ਬਣੀ ਰਹੀ। ਪਰ ਦੂਜੇ ਨਿਰੰਕਾਰ ਦਾ ਭਜਨ ਕਰਨ ਵਾਲੇ ਅਕਾਲ ਪੁਰਖ ਦੀ ਬੰਦਗੀ 'ਚ ਸੁਰਖਰੂ ਹੋਏ ਮਨੁੱਖ, ਉਹ ਕਹਿੰਦੇ ਸਾਡੇ ਕਰਨ ਵਾਸਤੇ ਹੁਣ ਪਿੱਛੇ ਕੁਝ ਬਾਕੀ ਨਹੀਂ ਰਿਹਾ। ਪੁੱਛਿਆ ਜੀ ਫਿਰ ਆਓਗੇ? ਕਹਿੰਦੇ ਕਿਉਂ ਆਉਣਾ ਹੈ ਦੁਬਾਰਾ? ਹੁਣ ਬਹੁਰ ਹਮ ਕਾਹੇ ਆਵਾਂਗੇ, ਹੁਣ ਕਿਉਂ ਆਵਾਂਗੇ ਅਸੀਂ? ਕਿਉਂਕਿ ਜੋ ਕੰਮ ਕਰਨਾ ਸੀ ਉਹ ਤਾਂ ਕਰ ਲਿਆ, ਪੂਰਨ ਹੋ ਗਿਆ। ਹੁਣ ਜੋ ਕੰਮ ਪੂਰਨ ਹੋ ਗਏ ਨੇ ਤੇ ਫਿਰ ਦੁਬਾਰਾ ਆਉਣ ਦਾ ਤਾਂ ਮਤਲਬ ਹੀ ਨਹੀਂ ਰਹਿ ਜਾਂਦਾ, ਮਕਸਦ ਹੀ ਨਹੀਂ ਰਹਿ ਜਾਂਦਾ। ਇੱਥੇ ਉਹਨਾਂ ਦੀ ਗੱਲ ਕਰ ਰਹੇ ਨੇ ਮਹਾਰਾਜ ਕਿ ਜਨਾਂ ਦੇ, ਰੱਬ ਦੇ ਪਿਆਰਿਆਂ ਦੇ ਜਿੰਨੇ ਵੀ ਕੰਮ ਨੇ ਉਹ ਪੂਰਨ ਹੋ ਗਏ ਨੇ। ਉਹਨਾਂ ਲਈ ਹੁਣ ਕੁਝ ਹੋਰ ਕਰਨਾ ਬਾਕੀ ਨਹੀਂ ਰਿਹਾ ਕਿ ਆਹ ਕੰਮ ਰਹਿ ਗਿਆ, ਆਹ ਰਹਿ ਗਿਆ, ਆਹ ਵੀ ਕਰ ਲਈਏ, ਆਹ ਵੀ ਕਰ ਲਈਏ। ਕੁਝ ਕਰਨਾ ਵੀ ਬਾਕੀ ਨਹੀਂ ਰਿਹਾ। ਉਹ ਕਹਿੰਦੇ ਹੇ ਵਾਹਿਗੁਰੂ, ਮੈਂ ਜੋ ਕਰਨਾ ਸੀ ਆਪਣਾ ਕਾਰਜ ਕਰ ਲਿਆ, ਸੁਰਖਰੂ ਹੋ ਗਿਆ, ਮੇਰੇ ਸਾਰੇ ਕੰਮ ਪੂਰਨ ਹੋ ਗਏ। ਇੱਕ ਐਸੀ ਅਵਸਥਾ ਹੈ ਜਿੱਥੇ ਪਹੁੰਚ ਕੇ ਦੁਨੀਆ ਦੇ ਕਿਸੇ ਵੀ ਕੰਮ ਦੀ ਇੱਛਾ ਨਹੀਂ ਰਹਿ ਜਾਂਦੀ। ਐਸਾ ਨਹੀਂ ਕਿ ਉਹ ਕਿਰਤ ਵਿਰਤ ਨਹੀਂ ਕਰਦੇ, ਉਹ ਕੰਮ ਧੰਦੇ ਛੱਡ ਕੇ ਬਹਿ ਜਾਂਦੇ, ਐਸਾ ਨਹੀਂ ਹੈ। ਪਰ ਮਾਨਸਿਕ ਤੌਰ 'ਤੇ ਇਹੋ ਜਿਹੀ ਅਵਸਥਾ ਬਣ ਜਾਂਦੀ ਹੈ ਕਿ ਉਹ ਸੰਤੁਸ਼ਟ ਹੋ ਜਾਂਦੇ ਹਨ, ਸਬਰ ਦੇ ਸਹਿਤ ਹੋ ਜਾਂਦੇ, ਤੇ ਉਹਨਾਂ ਦੀਆਂ ਸਾਰੀਆਂ ਹੀ ਕਾਮਨਾਵਾਂ ਪੂਰਨ ਨੇ। ਮੇਰੇ ਦਾਤੇ ਨੇ ਮੈਨੂੰ ਬੇਅੰਤ ਕੁਝ ਦੇ ਕੇ ਨਿਵਾਜਿਆ, ਹੋਰ ਕੀ ਲੈਣਾ, ਹੋਰ ਕੀ ਇੱਛਾ ਹੈ? ਕਾਮਨਾਵਾਂ ਤਾਂ ਪੂਰੀਆਂ ਹੀ ਨਹੀਂ ਹੋਣੀਆਂ। ਮੈਂ ਤਾਂ ਇਹੀ ਇੱਕ ਕਾਮਨਾ ਕਰਦਾ ਹਾਂ, ਹੇ ਵਾਹਿਗੁਰੂ, ਮੈਂ ਸਾਰੀਆਂ ਕਾਮਨਾਵਾਂ ਤੋਂ ਰਹਿਤ ਹੋ ਜਾਵਾਂ, ਕੋਈ ਕਾਮਨਾ ਪਿੱਛੇ ਨਾ ਰਹੇ। ਤੋ ਗਰੀਬ ਨਵਾਜ਼ ਸਾਹਿਬ ਜੀ ਕਹਿੰਦੇ ਹੇ ਵਾਹਿਗੁਰੂ, ਤੇਰੇ ਜਿਹੜੇ ਜਨ ਹਨ
ਉਹਨਾਂ ਦੇ ਸਾਰੇ ਹੀ ਕਾਰਜ, ਸਾਰੇ ਹੀ ਕੰਮ ਪੂਰਨ ਹੋ ਗਏ। ਕਲੇ ਕਾਲ ਮਹਾ ਵਿਖਿਆ ਮਹਿ। ਕਲੀ ਕਾਲ ਦਾ ਇਹ ਬੜਾ ਭਿਆਨਕ ਸਮਾਂ, ਜਿੱਥੇ ਹਰ ਪਾਸੇ ਵਿਖ ਹੀ ਵਿਖ, ਜ਼ਹਿਰ ਹੀ ਜ਼ਹਿਰ ਵਰਤ ਰਿਹਾ। ਜਿੱਧਰ ਵੇਖੋ ਜ਼ਹਿਰ ਹੀ ਉਗਲਿਆ ਜਾ ਰਿਹਾ। ਕਲੀ ਕਾਲ ਦਾ ਇਹ ਸਮਾਂ ਹੈ। ਕਲੀ ਕਾਲ ਦੇ ਸਮੇਂ ਦੇ ਵਿੱਚ ਜਿੱਥੇ ਮਹਾ ਵਿਖਿਆ ਹੈ, ਭਿਆਨਕ ਜ਼ਹਿਰ ਹੈ। ਲੱਜਾ ਰਾਖੇ ਰਾਮ। ਇਹੋ ਜਿਹੇ ਭਿਆਨਕ ਮਾਹੌਲ ਵਿੱਚ ਮੇਰੇ ਮਾਲਕ ਨੇ ਆਪਣਿਆਂ ਜਨਾਂ ਨੂੰ ਡਿੱਗਣ ਨਹੀਂ ਦਿੱਤਾ, ਡੋਲਣ ਨਹੀਂ ਦਿੱਤਾ। ਆਪਣਿਆਂ ਜਨਾਂ ਦੀ ਲੱਜਾ ਰੱਖ ਲਈ, ਪੈਜ ਰੱਖ ਲਈ। ਇਹਦੇ ਤੋਂ ਵੱਡੀ ਦਾਤ ਕਿਹੜੀ ਹੋ ਸਕਦੀ? ਇਹੋ ਜਿਹੇ ਕਲੀ ਕਾਲ ਦੇ ਸਮੇਂ ਵਿੱਚ ਜਿੱਥੇ ਮਹਾ ਵਿਖਿਆ ਹੀ ਹਰ ਜਗ੍ਹਾ ਤੇ, ਹਰ ਥਾਂ ਤੇ ਵਰਤ ਰਹੀ ਹੈ, ਜਿੱਥੇ ਜੀਵ ਜ਼ਹਿਰ ਨਾਲ ਭਰੇ ਹੋਏ, ਵਿਕਾਰਾਂ ਨਾਲ ਭਰੇ ਹੋਏ, ਆਪਣੇ ਕਿਰਦਾਰ ਤੋਂ, ਆਪਣੇ ਆਚਰਣ ਤੋਂ ਡਿੱਗ ਰਹੇ ਨੇ, ਭ੍ਰਸ਼ਟ ਹੋ ਰਹੇ ਨੇ, ਗਰਕ ਹੋ ਰਹੇ ਨੇ, ਜੀਵਦੇ ਜੀ ਨਰਕ ਭੋਗ ਰਹੇ ਨੇ। ਇਹੋ ਜਿਹੇ ਕਲਯੁਗ ਦੇ ਘੋਰ ਤੇ ਭਿਆਨਕ ਸਮੇਂ ਵਿੱਚ ਵਾਹਿਗੁਰੂ ਨੇ ਆਪਣਿਆਂ ਜਨਾਂ ਦੀ ਪੈਜ ਰੱਖ ਲਈ, ਉਹਨਾਂ ਨੂੰ ਡਿੱਗਣ ਨਹੀਂ ਦਿੱਤਾ। ਇਹਦੇ ਤੋਂ ਵੱਡੀ ਅਮੋਲਕ ਦਾਤ ਕਿਹੜੀ ਹੋ ਸਕਦੀ ਹੈ ਰੱਬ ਦੀ? ਮੇਰੇ ਸਾਹਿਬ ਨੇ, ਮੇਰੇ ਸੁਆਮੀ ਨੇ ਮੇਰੇ ਤੇ ਤਰਸ ਕਰਕੇ ਮੇਰੀ ਲੱਜਾ ਰੱਖ ਲਈ ਇਹੋ ਜਿਹੇ ਕਲੀ ਕਾਲ ਦੇ ਸਮੇਂ 'ਚ। ਹਾਂਜੀ। ਰਹਾਉ ਸਿਮਰ ਸਿਮਰ ਸੁਆਮੀ ਪ੍ਰਭ ਆਪਣਾ, ਨਿਕਟ ਨਾ ਆਵੇ ਜਾਮ। ਜਿਹੜੇ ਆਪਣੇ ਸੁਆਮੀ ਨੂੰ ਸਿਮਰਦੇ ਹਨ, ਇਹ ਜਾਣ ਕੇ ਕਿ ਉਹ ਸੁਆਮੀ ਮੇਰਾ ਹੈ, ਤੇ ਆਪਣੇ ਸੁਆਮੀ ਨੂੰ ਸਿਮਰਦੇ ਹਨ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਉਹਨਾਂ ਦੇ ਨੇੜੇ ਜਮ ਨਹੀਂ ਆਉਂਦੇ, ਨਿਕਟ ਨਾ ਆਵੇ ਜਾਮ। ਜਮ ਉਹਨਾਂ ਦੇ ਨੇੜੇ ਨਹੀਂ ਆਉਂਦੇ। ਜੋ ਆਪਣੇ ਸੁਆਮੀ ਨੂੰ ਸਿਮਰਦੇ ਹਨ, ਜੋ ਆਪਣੇ ਸੁਆਮੀ ਦੀ ਆਰਾਧਨਾ ਕਰਦੇ ਹਨ। ਮੁਕਤ ਬੈਕੁੰਠ ਸਾਧ ਕੇ ਸੰਗਤ, ਜਨ ਪਾਇਓ ਹਰ ਕਾ ਧਾਮ। ਜਿਹੜੀ ਸਾਧੂ ਦੀ ਸੰਗਤ ਹੈ ਨਾ, ਸਾਧ ਸੰਗਤ, ਰੱਬ ਦੇ ਪਿਆਰੇ ਵਾਸਤੇ ਸਾਧ ਸੰਗਤ ਦੁਨੀਆ ਦੀ ਸਭ ਤੋਂ ਵੱਡੀ ਮੁਕਤੀ ਦਾ ਸਥਾਨ ਹੈ। ਉਹ ਕਹਿੰਦਾ ਵੀ ਜੇ ਮੁਕਤੀ ਹੈ ਕਿਤੇ ਤਾਂ ਉਹ ਸਾਧੂਆਂ ਦੀ ਸੰਗਤ ਵਿੱਚ, ਸਾਧ ਸੰਗਤ ਵਿੱਚ। ਆ ਮੁਕਤੀ ਹੈ ਨਾ। ਹੁਣ ਸਾਰੇ ਪਾਸੋਂ ਉਪਰਾਮ ਹੋ ਕੇ ਗੁਰੂ ਸੰਗਤ ਵਿੱਚ, ਸਤਿਗੁਰਾਂ ਦੀ ਸੰਗਤ ਵਿੱਚ ਕੁਝ ਸਮੇਂ ਲਈ ਬਹਿ ਕੇ ਕਥਾ ਕੀਰਤਨ ਸੁਣ ਰਹੇ, ਇਹਦੇ ਤੋਂ ਵੱਡੀ ਮੁਕਤੀ ਕਿਹੜੀ? ਸਾਧ ਹੈ ਤੇ ਸਾਧ ਸੰਗਤ ਹੀ ਉਹਨਾਂ ਲਈ ਬੈਕੁੰਠ ਹੈ। ਬੈਕੁੰਠ ਕਹਿੰਦੇ ਨੇ ਸੱਚਖੰਡ ਨੂੰ। ਸਾਧ ਸੰਗਤ ਸੱਚਖੰਡ ਹੈ। ਇਹ ਸਾਧ ਸੰਗਤ ਸੱਚਖੰਡ ਹੈ, ਇਹ ਬੈਕੁੰਠ ਹੈ। ਰੱਬ ਦੇ ਪਿਆਰਿਆਂ ਵਾਸਤੇ ਸਾਧ ਸੰਗਤ ਬੈਕੁੰਠ ਧਾਮ ਹੈ। ਜਨ ਪਾਇਓ ਹਰ ਕਾ ਧਾਮ। ਆਹਾ, ਕਹਿੰਦੇ ਜਨਾਂ ਨੂੰ, ਰੱਬ ਦੇ ਪਿਆਰਿਆਂ ਨੂੰ ਸਾਧ ਸੰਗਤ ਵਿੱਚ ਹਰੀ ਦਾ ਘਰ ਦਿਸਿਆ। ਉਹਨਾਂ ਨੂੰ ਵੀ ਹਰੀ ਦਾ ਧਾਮ ਹੈ, ਇਹ ਹਰੀ ਦਾ ਘਰ ਹੈ ਸਾਧ ਸੰਗਤ। ਕੋਈ ਪੁੱਛੇ ਵੀ ਰੱਬ ਦਾ ਘਰ ਕਿਹੜਾ, ਪਰਮੇਸ਼ਰ ਦਾ ਘਰ ਕਿਹੜਾ, ਤੇ ਪਰਮੇਸ਼ਰ ਦਾ ਘਰ ਹੈ ਸਾਧ ਸੰਗਤ, ਜਿੱਥੇ ਹਰੀ ਦੀ ਕੀਰਤੀ ਗਾ ਰਹੇ, ਜਿੱਥੇ ਹਰੀ ਦੀ ਸੋਭਾ ਹੋ ਰਹੀ ਹੋਵੇ। ਉਹ ਸਾਧ ਸੰਗਤ ਹੀ ਅਸਲ ਵਿੱਚ ਹਰੀ ਕਾ ਧਾਮ ਹੈ, ਹਰੀ ਦਾ ਘਰ। ਉਰੇ ਸਾਧ ਸੰਗਤ ਜਿਸ ਨੇ ਕਰਨੀ ਆ, ਉਸੇ ਨੂੰ ਲਾਹਾ ਪ੍ਰਾਪਤ ਹੋਣਾ, ਉਸੇ ਨੂੰ ਲਾਭ ਪ੍ਰਾਪਤ ਹੋਣਾ। ਕਈ ਪੁਰਸ਼ ਕਹਿੰਦੇ ਆ ਮੈਂ ਤਾਂ ਨਹੀਂ ਜੀ ਰੱਬ ਰੱਬ ਕਰ ਸਕਦਾ, ਮੇਰੇ ਕੋਲੋਂ ਤਾਂ ਨਹੀਂ ਜੀ ਭਜਨ ਹੁੰਦਾ, ਪਰ ਮੇਰੀ ਘਰਵਾਲੀ ਬੜੀ ਭਜਨੀਕ, ਉਹ ਜਾਂਦੀ ਆ ਰੋਜ਼ ਗੁਰਦੁਆਰੇ, ਉਹਦੇ ਭਾਗਾਂ ਦਾ ਹੀ ਸਾਨੂੰ ਮਿਲੀ ਜਾਂਦਾ। ਤੇ ਜੇ ਉਹ ਜਾਂਦੀ ਆ ਤੇ ਜਿਹੜਾ ਲਾਹਾ ਉਹਨੂੰ ਪ੍ਰਾਪਤ ਹੋਣਾ, ਉਸੇ ਨੂੰ ਹੋਣਾ। ਸੱਜਣਾ, ਤੈਨੂੰ ਨਹੀਂ, ਜੇ ਤੂੰ ਪ੍ਰਾਪਤ ਕਰਨਾ ਤੈਨੂੰ ਵੀ ਚੱਲ ਕੇ ਜਾਣਾ ਪੈਣਾ।
ਜੋ ਆਤਮਿਕ ਆਨੰਦ ਹੈ ਗੁਰੂ ਕੀ ਸੰਗਤ ਵਿੱਚ ਆ ਕੇ ਕਥਾ ਕੀਰਤਨ ਸੁਣਦਿਆਂ, ਸਾਧ ਸੰਗਤ ਇੱਥੇ ਬਦਲੀ ਨਹੀਂ ਹੈ ਵੀ ਇੱਕ ਦੀ ਜੇ ਮੈਂ ਕੀਤੀ ਹੈ ਸੰਗਤ ਤੇ ਕਹਾਂ ਵੀ ਮੇਰੇ ਟੱਬਰ ਨੂੰ ਉਹਦਾ ਲਾਭ ਪ੍ਰਾਪਤ ਹੋਵੇ। ਜਿਸ ਨੇ ਜੋ ਕਰਨਾ ਉਸੇ ਨੂੰ ਫਲ ਪ੍ਰਾਪਤ ਹੋਣਾ। ਇਸ ਕਰਕੇ ਭਾਈ ਉਹ ਕਹਿੰਦੇ ਆ ਨਾ ਵੀ ਆਪ ਮਰੇ ਬਿਨਾ ਸਵਰਗ ਨਹੀਂ ਜਾਇਆ ਜਾਂਦਾ। ਜਿਸ ਨੇ ਸਵਰਗ ਜਾਣਾ ਕਹਿੰਦੇ ਉਹਨੂੰ ਪਹਿਲਾਂ ਆਪ ਮਰਨਾ ਪੈਂਦਾ ਨਾ। ਇਸੇ ਤਰ੍ਹਾਂ ਜਿਸ ਨੇ ਸੰਗਤ ਕਰਨੀ ਹੈ ਲਾਭ ਉਸੇ ਨੂੰ ਪ੍ਰਾਪਤ ਹੋਣਾ। ਅਰਦਾਸ ਬੇਨਤੀ ਕਰੇ ਭਲੇ ਲਈ ਮਹਾਰਾਜ ਕਿਰਪਾ ਕਰੋ, ਉਹ ਵੱਖਰੀ ਗੱਲ ਹੈ। ਪਰ ਇੱਥੇ ਗਰੀਬਨ ਬਾਗ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੀ ਇਹ ਸਾਧ ਸੰਗਤ ਹੈ ਇਹ ਹਰੀ ਦਾ ਧਾਮ ਹੈ, ਇਹ ਹਰੀ ਦਾ ਘਰ ਹੈ। ਇੱਥੇ ਹਰੀ ਪ੍ਰਤੱਖ ਰੂਪ ਚ ਵਸਦਾ। ਚਰਨ ਕਮਲ ਹਰ ਜਨ ਕੇ ਥਾਤੇ, ਕੋਟ ਸੁਖ ਵਿਸਰਾਮ। ਮੇਰੇ ਸਾਹਿਬ ਦੇ ਜਿਹੜੇ ਚਰਨ ਕਮਲ ਨੇ ਉਹੀ ਰੱਬ ਦੇ ਪਿਆਰਿਆਂ ਲਈ ਸਭ ਤੋਂ ਵੱਡੀ ਪੈਸਿਆਂ ਦੀ ਥਾਤੀ ਕਹਿੰਦੇ ਨੇ ਥੈਲੀ ਹੈ। ਉਹਨਾਂ ਵੇਲਿਆਂ ਵਿੱਚ ਥੈਲੀਆਂ ਹੁੰਦੀਆਂ ਰੁਪਈਆਂ ਦੀਆਂ। ਕਹਿੰਦੇ ਭਾਈ ਪਰਮੇਸ਼ਰ ਦੇ ਜਿਹੜੇ ਚਰਨ ਕਮਲ ਨੇ ਰੱਬ ਦੇ ਪਿਆਰਿਆਂ ਵਾਸਤੇ ਸਭ ਤੋਂ ਵੱਡੇ ਧਨ ਦੀ ਥੈਲੀ ਹੈ। ਕੋਟ ਸੂਖ ਵਿਸਰਾਮ। ਸਾਧ ਸੰਗਤ ਵਿੱਚ ਜਾਂ ਸਾਹਿਬ ਦੇ ਚਰਨ ਕਮਲਾਂ ਦੇ ਵਿੱਚ ਵਿਸ਼ਰਾਮ ਮਿਲਣਾ, ਕਹਿੰਦੇ ਉੱਥੇ ਕਰੋੜਾਂ ਹੀ ਸੁੱਖ ਨੇ, ਕਰੋੜਾਂ ਹੀ। ਜਦੋਂ ਸਾਹਿਬ ਦੇ ਚਰਨ ਕਮਲਾਂ ਵਿੱਚ ਵਿਸ਼ਰਾਮ ਮਿਲ ਜਾਏ ਉੱਥੇ ਤਾਂ ਕਰੋੜਾਂ ਸੁੱਖ ਵੀ ਉਸ ਸੁੱਖ ਦੀ ਬਰਾਬਰੀ ਨਹੀਂ ਕਰ ਸਕਦੇ। ਸਾਰੇ ਸੁੱਖ ਨੇ ਉੱਥੇ, ਕਰੋੜਾਂ ਹੀ ਸੁੱਖ ਕਹਿੰਦੇ ਉੱਥੇ ਵਿਸ਼ਰਾਮ ਪ੍ਰਾਪਤ ਕੀਤਿਆਂ ਪ੍ਰਾਪਤ ਹੁੰਦੇ ਹਨ। ਗੋਬਿੰਦ ਦਮੋਦਰ ਸਿਮਰੋ ਦਿਨ ਰੈਣ, ਨਾਨਕ ਸਾਧ ਕੁਰਬਾਨ। ਗੋਬਿੰਦ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾਮੋਦਰ, ਇਹ ਵੀ ਪਰਮੇਸ਼ਰ ਦਾ ਨਾਂ ਹੈ। ਜਿਸ ਨੇ ਆਪਣੀ ਲੱਕ ਦੇ ਆਸਰੇ ਦਾਮ ਉਦਰ, ਉਦਰ ਨਾਮ ਉਦਰ ਪੇਟ ਦਾ ਹੈ, ਲੱਕ ਦਾ ਹੈ, ਔਰ ਦਾਮ ਨਾਮ ਸਾਰੀ ਪ੍ਰਕਿਰਤੀ ਸਾਰੀ ਸ੍ਰਿਸ਼ਟੀ ਦਾ ਹੈ। ਆਪਣੀ ਲੱਕ ਦੁਆਲੇ ਯਾਨੀ ਕਿ ਆਸਰਾ ਵਿੱਚ ਬਣਿਆ ਹੋਇਆ, ਉਹਨੂੰ ਕਹਿੰਦੇ ਆ ਦਾਮੋਦਰ। ਵੈਸੇ ਭਗਵਾਨ ਕ੍ਰਿਸ਼ਨ ਜੀ ਨੂੰ ਵੀ ਦਮੋਦਰ ਕਿਹਾ ਗਿਆ। ਕਹਿੰਦੇ ਇੱਕ ਵਾਰੀ ਗੋਕੁਲ ਵਿੱਚ ਇਹ ਮੱਖਣਾਂ ਦੀਆਂ ਮਟਕੀਆਂ ਤੋੜਦੇ ਸਨ ਤੇ ਲੋਕਾਂ ਦੇ ਲਾਂਭੇ ਆਉਣੇ, ਤੇ ਮਾਂ ਨੇ ਯਸ਼ੋਦਾ ਨੇ ਰੱਸੀ ਲਈ ਵੀ ਚੱਲ ਤੈਨੂੰ ਬੰਨ੍ਹ ਦਿਆਂ। ਰੱਸੀ ਲੈ ਕੇ ਜਿਉਂ ਬੰਨਣ ਲੱਗੇ ਸਾਰੇ ਘਰ ਦੀਆਂ ਰੱਸੀਆਂ ਮੁੱਕ ਗਈਆਂ। ਰੱਸੀਆਂ ਇਹੋ ਜਿਹੀ ਵੀ ਜਿਵੇਂ ਜਿਵੇਂ ਉਹ ਬੰਨਣ ਲੱਗਿਆ ਕਰੇ ਰੱਸੀ ਫਿਰ ਛੋਟੀ, ਫਿਰ ਦੂਜੀ ਬੰਨਿਆ ਕਰੇ ਫਿਰ ਛੋਟੀ। ਤੇ ਕ੍ਰਿਸ਼ਨ ਜੀ ਨੂੰ ਕਹਿਣ ਲੱਗ ਪਏ ਦਾਮੋਦਰ। ਪਰ ਇੱਥੇ ਮੇਰੇ ਪਾਤਸ਼ਾਹ ਨੇ ਜਿਹੜਾ ਦਾਮੋਦਰ ਸ਼ਬਦ ਵਰਤਿਆ ਉਹ ਅਕਾਲ ਪੁਰਖ ਵਾਸਤੇ ਵਰਤਿਆ, ਪਰਮੇਸ਼ਰ ਵਾਸਤੇ ਵਰਤਿਆ ਜੋ ਵਿਆਪਕ ਹੈ। ਕਹਿੰਦੇ ਐਸੇ ਵਾਹਿਗੁਰੂ ਪਰਮੇਸ਼ਰ ਨੂੰ ਸਿਮਰੋ, ਦਿਨ ਰੈਣ ਦਿਨ ਰਾਤ ਸਿਮਰੋ, ਨਾਨਕ ਸਦ ਕੁਰਬਾਨ। ਮਹਾਰਾਜ ਜੀ ਕਹਿੰਦੇ ਮੈਂ ਉਸ ਤੋਂ ਸਦਾ ਕੁਰਬਾਨ ਜਾਵਾਂ। ਤਨਾਸਰੇ ਮਹਲਾ ਪੰਜਵਾ, ਮੰਗੋ ਰਾਮ ਤੇ ਇੱਕ ਦਾਨ। ਰਾਗ ਧਨਾਸਰੀ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਮੈਂ ਆਪਣੇ ਰਾਮ ਤੋਂ, ਆਪਣੇ ਰੱਬ ਤੋਂ, ਪਿਆਰੇ ਤੋਂ ਇੱਕ ਦਾਨ ਮੰਗਦਾ ਹਾਂ। ਸਗਲ ਮਨੋਰਥ ਪੂਰਨ ਹੋਵਹਿ, ਸਿਮਰੋ ਤੁਮਰਾ ਨਾਮ। ਮੈਂ ਇਹ ਦਾਨ ਮੰਗਦਾ ਵਾਹਿਗੁਰੂ ਮੇਰੇ ਸਾਰੇ ਮਨੋਰਥ ਪੂਰਨ ਹੋਣ ਤੇ ਮੈਂ ਤੁਹਾਡੇ ਅੰਮ੍ਰਿਤ ਨਾਮ ਨੂੰ ਸਿਮਰਾਂ। ਮੈਂ ਇਹ ਦਾਨ ਮੰਗਦਾ। ਮਹਾਰਾਜ ਸਿਮਰੋ ਤੁਮਰਾ ਨਾਮ, ਤੁਹਾਡਾ ਨਾਮ ਸਿਮਰਾਂ, ਤੁਹਾਡੇ ਨਾਮ ਦੀ ਆਰਾਧਨਾ ਕਰਾਂ।
ਇਹ ਦਾਨ ਵਾਹਿਗੁਰੂ ਜੀ ਮੈਂ ਤੁਹਾਡੇ ਚਰਨਾਂ ਚੋਂ ਮੰਗਦਾ ਹਾਂ। ਰਹਾਉ ਚਰਨ ਤੁਮਾਰੇ ਹਿਰਦੈ ਵਾਸੈ ਸੰਤਨ ਕਾ ਸੰਗ ਪਾਵੋ। ਇਹ ਵਾਹਿਗੁਰੂ ਜੀ ਤੁਹਾਡੇ ਪਵਿੱਤਰ ਚਰਨ ਜਦੋਂ ਮੇਰੇ ਹਿਰਦੇ 'ਚ ਵਸਣਗੇ, ਉਹ ਤਾਂ ਵਸਣਗੇ ਜੇ ਮੈਂ ਸੰਤ ਜਨਾਂ ਦਾ ਸੰਗ ਪ੍ਰਾਪਤ ਕਰਾਂ। ਸੰਤ ਜਨਾਂ ਦੀ ਸੰਗਤ ਵਿੱਚੋਂ ਤੁਹਾਡੇ ਨਾਮ ਰੂਪੀ ਪਵਿੱਤਰ ਚਰਨ ਮੇਰੇ ਹਿਰਦੇ 'ਚ ਵਸਣਗੇ। ਸੋਗ ਅਗਨ ਮਹਿ ਮਨ ਨ ਵਿਆਪੈ ਆਠ ਪਹਿਰ ਗੁਣ ਗਾਵੋ। ਏ ਵਾਹਿਗੁਰੂ ਮੈਨੂੰ ਸੋਗ ਦੀ ਅਗਨ ਜਿਹੜੀ ਹੈ ਉਹ ਮੇਰੇ ਮਨ ਨੂੰ ਨਾ ਵਿਆਪੇ। ਸੰਸਾਰ ਦੇ ਦੁੱਖਾਂ ਦੀ ਜਿਹੜੀ ਅੱਗ ਹੈ ਸੋਗ ਦੀ, ਉਹ ਮੇਰੇ ਮਨ ਨੂੰ ਨਾ ਵਿਆਪੇ। ਮਹਾਰਾਜ ਮੇਰੇ ਤੇ ਤਰਸ ਕਰੋ, ਮੈਂ ਅੱਠੇ ਪਹਿਰ ਤੁਹਾਡੇ ਗੁਣ ਗਾਵਾਂ। ਆਠ ਪਹਿਰ ਗੁਣ ਗਾਵੋ, ਆਠ ਪਹਿਰ ਗੁਣ ਗਾਵੋ। 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 ਅੱਠੇ ਪਹਿਰ ਵਾਹਿਗੁਰੂ ਜੀ ਆਪ ਜੀ ਦੇ ਅੰਮ੍ਰਿਤ ਗੁਣਾਂ ਨੂੰ ਗਾਇਨ ਕਰਾਂ। ਸਵਸਤ ਵਿਵਸਥਾ ਹਰ ਕੀ ਸੇਵਾ ਮਦ ਅੰਤ ਪ੍ਰਭ ਜਾਪਣ। हे ਵਾਹਿਗੁਰੂ ਸਵਸਤ ਬਾਲ ਅਵਸਥਾ, ਸਵਸਤ ਬਾਲ ਅਵਸਥਾ, ਮਾਧੇ ਅੰਤ। ਮੱਧ ਦਾ ਮਤਲਬ ਵਿਚਕਾਰਲੀ ਉਮਰ, ਜਵਾਨੀ ਦੀ, ਔਰ ਅੰਤ ਬੁਢੇਪੇ ਦੀ। ਤਿੰਨਾਂ ਅਵਸਥਾਵਾਂ ਦਾ ਸਵਸਤ ਵਿਵਸਥਾ, ਮਧਿਅੰਤ यानी कि बचपन, जवानी और बुढ़ेपा। इन्हां तिन्नां अवस्थावां विच हे हरि जी मैं तुहाडी सेवा करां ते हे प्रभु तुहानू जपां, मेरे ते तरस करो। तिन्नां अवस्थावां आम करके मनमुख बंदे दीयां तिन्ने ही व्यर्थ चलियां जांदियां ने ਤੇ ਗੁਰਮੁਖਾਂ ਦੀਆਂ ਇਹ ਤਿੰਨੇ ਅਵਸਥਾਵਾਂ ਸਫਲ ਹੋ ਜਾਂਦੀਆਂ ਨੇ। ਹਾਂਜੀ। ਨਾਨਕ ਰੰਗ ਲੱਗਾ ਪਰਮੇਸ਼ਰ ਬਾਹੁੜ ਜਨਮ ਨਾ ਛਾਪਣ। ਕਹਿੰਦੇ ਮੈਨੂੰ ਪਰਮੇਸ਼ਰ ਦੇ ਨਾਮ ਦਾ ਰੰਗ ਲੱਗ ਗਿਆ ਹੈ, ਅਕਾਲ ਪੁਰਖ ਦੇ ਪ੍ਰੇਮ ਦਾ ਰੰਗ ਲੱਗ ਗਿਆ ਹੈ। ਹੁਣ ਬਹੁੜ ਮੁੜ ਕੇ ਮੈਨੂੰ ਜਨਮ 'ਚ ਛਾਪਣ ਨਹੀਂ ਜਾਣਾ ਪਵੇਗਾ। ਹੁਣ ਮੈਨੂੰ ਦੁਬਾਰਾ ਜਨਮ ਮਰਨ ਦੇ ਚੱਕਰਾਂ 'ਚ ਨਹੀਂ ਪੈਣਾ ਪਵੇਗਾ, ਕਿਉਂਕਿ ਮੇਰੇ ਹਿਰਦੇ ਵਿੱਚ ਮੇਰੇ ਮਾਲਕ ਦੇ ਨਾਮ ਦੇ ਪ੍ਰੇਮ ਦਾ ਰੰਗ ਆ ਲੱਗਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਇਹ ਪਵਿੱਤਰ ਪਾਵਨ ਗੁਰਬਾਣੀ ਸਾਡੇ ਸਾਰਿਆਂ ਦੇ ਹਿਰਦਿਆਂ ਵਿੱਚ ਵਸੇ। ਸਾਡਾ ਗਾਵਿਆ ਸੁਣਿਆ ਸਤਿਗੁਰੂ ਜੀ ਥਾਂ ਪਾ ਲੈਣ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ।